ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਸਾ ਮਹੱਲਾ ਪਹਿਲਾ। ਲੇਖ ਅਸੰਖ ਲਿਖ ਲਿਖ ਮਾਨ। ਮਨ ਮਾਨਿਐ ਸਚ ਸੁਰਤ ਵਖਾਨ। ਕਥਨੀ ਬਦਨੀ ਪੜ ਪੜ ਪਾਰ। ਲੇਖ ਅਸੰਖ ਅਲੇਖ ਅਪਾਰ। ਐਸਾ ਸਾਚਾ ਤੂੰ ਏਕੋ ਜਾਣ। ਜੰਮਣ ਮਰਣਾ ਹੁਕਮ ਪਛਾਣ। ਐਸਾ ਸਾਚਾ ਤੂੰ ਏਕੋ ਜਾਣ। ਜੰਮਣ ਮਰਣਾ ਹੁਕਮ ਪਛਾਣ। ਰਹਾਉ ਲੇਖ ਅਸੰਖ ਲਿਖ ਲਿਖ ਮਾਨ। ਮਨ ਮਾਨਿਐ ਸਚ ਸੁਰਤ ਵਖਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਨਾਰਾਇਣ ਕਲਾਤਾਰ ਜਗ ਮੈਂ ਪਰਵਰਿਓ। ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਆਸਾ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਅਸ਼ਟਪਦੀਆਂ ਚੱਲ ਰਹੀਆਂ ਹਨ। ਜਿਸ ਪਵਿੱਤਰ ਸ਼ਬਦ ਦੀ ਵਿਚਾਰ ਆਪ ਸੰਗਤਾਂ ਨੇ ਸਰਵਣ ਕਰਨੀ ਹੈ। ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਸੰਸਾਰ ਦੇ ਵਿੱਚ ਕੇਵਲ ਵਿਦਵਾਨ ਹੁੰਦੇ ਹਨ। ਉਹਨਾਂ ਦੇ ਕੋਲੇ ਵਿਦਿਆ ਦਾ ਬਲ ਹੁੰਦਾ ਹੈ। ਉਸ ਵਿਦਿਆ ਬਲ ਦੇ ਜ਼ਰੀਏ ਲੋਕਾਂ ਨੂੰ ਪ੍ਰਭਾਵਿਤ ਕਰਦੇ ਹਨ। ਵਿਆਖਿਆ ਦੁਆਰਾ ਵੀ ਤੇ ਕਈ ਲੇਖ ਲਿਖ ਲਿਖ ਕੇ ਉਹ ਆਪਣਾ ਦੁਨੀਆ ਦੇ ਵਿੱਚ ਸਿੱਕਾ ਜਮਾਉਂਦੇ ਹਨ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਐਸੇ ਕੇਵਲ ਜਿਹੜੇ ਕਥਨੀ ਦੇ ਸੂਰੇ ਨੇ ਉਹਨਾਂ ਨੂੰ ਕੱਚੇ ਭਲਵਾਨ ਹੀ, ਕਾਗਜ਼ੀ ਭਲਵਾਨ ਹੀ ਸਤਿਗੁਰੂ ਨੇ ਬਿਆਨਿਆ ਹੈ। ਇਸ ਜੀਵ ਨੂੰ ਸੰਬੋਧਨ ਕਰਕੇ ਰਹਾਉ ਦੀਆਂ ਪੰਕਤੀਆਂ ਵਿੱਚ ਹਜ਼ੂਰ ਉਪਦੇਸ਼ ਦਿੰਦੇ ਹਨ। ਐਸਾ ਸਾਚਾ ਤੂੰ ਏਕੋ ਜਾਣ। ਜੰਮਣ ਮਰਣਾ ਹੁਕਮ ਪਛਾਣ। ਰਹਾਉ ਇਹਨਾਂ ਸਿਧਾਂਤ ਰੂਪ ਪੰਕਤੀਆਂ ਵਿੱਚ ਹਜ਼ੂਰ ਫਰਮਾਉਂਦੇ ਹਨ, ਹੈ ਜੀਵ ਉਹ ਅਕਾਲ ਪੁਰਖ ਵਾਹਿਗੁਰੂ ਸੱਚ ਸਰੂਪ ਐਸਾ ਹੈ
ਜੋ ਕਦੀ ਨਾਸ ਨਹੀਂ ਹੁੰਦਾ। ਥਿਰ ਪਾਰ ਬ੍ਰਹਮ ਪਰਮੇਸ਼ਰੋ ਸੇਵਕ ਥਿਰ ਹੋਸੀ। ਤੂੰ ਏਕੋ ਜਾਣ, ਤੂੰ ਉਸ ਏਕੋ ਅਦਵੈਤ ਸਰੂਪ ਵਾਹਿਗੁਰੂ ਨੂੰ ਜਾਣ। ਭਾਵ ਉਸ ਵਾਹਿਗੁਰੂ ਦੇ ਨਾਲ ਗਿਆਨ ਦੀ ਸਾਂਝ ਪਾ। ਜੰਮਣ ਮਰਨਾ ਹੁਕਮ ਪਛਾਣ। ਬਾਕੀ ਜਿਤਨਾ ਵੀ ਸੰਸਾਰ ਹੈ ਉਹ ਜੰਮਣ ਤੇ ਮਰਨ ਦੇ ਵਿੱਚ ਪਿਆ ਹੋਇਆ ਹੈ। ਪਰ ਇਹ ਵੀ ਗੱਲ ਯਾਦ ਰੱਖ, ਜੰਮਣਾ ਤੇ ਮਰਨਾ ਇਹ ਵੀ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਹੋ ਰਿਹਾ ਹੈ। ਹੁਕਮੀ ਹੋਵਨ ਆਕਾਰ, ਹੁਕਮ ਲਿਖ ਦੁੱਖ ਸੁਖ ਪਾਈਆ ਹੈ। ਜੰਮਣ ਮਰਨਾ ਹੁਕਮ ਹੈ, ਭਾਣੇ ਆਵੈ ਜਾਏ। ਜੰਮਣ ਮਰਨਾ ਹੁਕਮ ਪਛਾਣ। ਇਹ ਜੰਮਣਾ ਤੇ ਮਰਨਾ ਵੀ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੋ ਰਿਹਾ ਹੈ, ਇਸ ਗੱਲ ਨੂੰ ਪਛਾਣ। ਲਓ ਹੁਣ ਆਰੰਭ ਤੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜੋ ਬੜੇ ਬੜੇ ਵਿਦਵਾਨ ਨੇ, ਲੇਖਕ ਨੇ, ਜਿਹੜੇ ਉਸ ਵਾਹਿਗੁਰੂ ਦੇ ਸੰਬੰਧ ਵਿੱਚ ਬੜਾ ਕੁਝ ਲਿਖ ਗਏ ਨੇ, ਲਿਖ ਵੀ ਰਹੇ ਹਨ ਤੇ ਲਿਖਣਗੇ ਵੀ। ਉਹਨਾਂ ਸਾਰਿਆਂ ਦੇ ਬਾਰੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਬੜਾ ਸਪਸ਼ਟ ਦ੍ਰਿਸ਼ਟੀਕੋਣ ਅਪਣਾ ਰਹੇ ਹਨ। ਲੋ ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਸਾ ਮਹੱਲਾ ਪਹਿਲਾ। ਲੇਖ ਅਸੰਖ ਲਿਖ ਲਿਖ ਮਾਨ। ਮਨ ਮਾਨਿਐ ਸਚ ਸੁਰਤ ਵਖਾਨ। ਆਸਾ ਰਾਗ ਦੇ ਅੰਦਰ ਪ੍ਰਥਮ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਹਨ, ਲੇਖ ਅਸੰਖ ਲਿਖ ਲਿਖ ਮਾਨ। ਜਿਹੜੇ ਦੁਨੀਆ ਦੇ ਵਿੱਚ ਬਹੁਤ ਵੱਡੇ ਵੱਡੇ ਵਿਦਵਾਨ ਲਿਖਾਰੀ ਨੇ, ਲੇਖ ਅਸੰਖ, ਔਰ ਉਹਨਾਂ ਨੇ ਅਣਗਿਣਤ ਲੇਖ ਲਿਖੇ ਹਨ। ਤੇ ਲਿਖ ਲਿਖ ਮਾਨ, ਤੇ ਲਿਖ ਲਿਖ ਕੇ ਮਾਨ ਆਪਣੇ ਅੰਦਰ ਹੰਕਾਰ ਪੈਦਾ ਕਰਦੇ ਹਨ। ਕਿਉਂਕਿ ਹਰ ਮਨੁੱਖ ਦੇ ਮਨ ਦੇ ਵਿੱਚ ਇੱਕ ਕਮਜ਼ੋਰੀ ਹੈ। ਜੇ ਕਿਸੇ ਕੋਲ ਗਿਆਨ ਹੈ ਉਹਨੂੰ ਆਪਣੇ ਗਿਆਨ ਦਾ ਮਾਣ ਹੈ। ਜੇ ਕਿਸੇ ਕੋਲ ਵਿਦਿਆ ਹੈ ਉਹਨੂੰ ਆਪਣੀ ਵਿਦਿਆ ਦਾ ਘਮੰਡ ਹੈ। ਜੇ ਕਿਸੇ ਕੋਲੇ ਧਨ ਹੈ ਉਹਨੂੰ ਆਪਣੇ ਧਨ ਦਾ ਹੰਕਾਰ ਹੈ। ਹਜ਼ੂਰ ਕਹਿੰਦੇ ਜਿਹੜਾ ਵਿਦਵਾਨ ਲਿਖਾਰੀ ਹੈ ਉਹ ਬੇਅੰਤ ਲੇਖ ਲਿਖਦਾ ਹੈ ਤੇ ਲਿਖ ਲਿਖ ਕੇ ਮਾਨ ਆਪਣੇ ਮਨ ਦੇ ਵਿੱਚ ਹੰਕਾਰ ਪੈਦਾ ਕਰ ਲੈਂਦਾ ਹੈ, ਜਿਸ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਤੋਂ ਦੂਰ ਹੀ ਰਹਿੰਦਾ ਹੈ। ਮਨ ਮਾਨਿਐ ਸਚ ਸੁਰਤ ਵਖਾਨ। ਹਜ਼ੂਰ ਕਹਿੰਦੇ ਨੇ ਜਿਸ ਵਿਦਵਾਨ ਲਿਖਾਰੀ ਦਾ ਮਨ ਉਸ ਅਕਾਲ ਪੁਰਖ ਵਾਹਿਗੁਰੂ ਤੇ ਮੰਨ ਜਾਂਦਾ ਹੈ, ਸੱਚ ਸੁਰਤ ਵਖਾਨ, ਫਿਰ ਸੱਚ ਸਰੂਪ ਵਾਹਿਗੁਰੂ ਦੀ ਸੁਰਤ ਵਿੱਚ ਆ ਕੇ ਟਿਕ ਜਾਂਦਾ ਹੈ। ਫਿਰ ਉਹ ਜੋ ਵਖਾਨ ਵਖਿਆਨ ਕਰਦਾ ਹੈ, ਜੋ ਵੀ ਮੂੰਹੋਂ ਬਚਨ ਕਰਦਾ ਹੈ, ਔਰ ਉਹਦੇ ਬਚਨ ਯਥਾਰਥ ਹੁੰਦੇ ਨੇ। ਕਥਨੀ ਬਦਨੀ ਪੜ ਪੜ ਪਾਰ। ਲੇਖ ਅਸੰਖ ਅਲੇਖ ਅਪਾਰ। ਹਜ਼ੂਰ ਕਹਿੰਦੇ ਨੇ ਬਿਨਾਂ ਕਮਾਈ ਤੋਂ, ਬਿਨਾਂ ਕਰਨੀ ਤੋਂ ਕਥਨੀ ਬਦਨੀ। ਬਦਨੀ ਦਾ ਅਰਥ ਹੈ ਜੋ ਮੂੰਹ ਦੀ ਕਥਨੀ ਹੈ, ਜ਼ੁਬਾਨੀ ਕਲਾਮੀ, ਰੱਬ ਦੀਆਂ ਗੱਲਾਂ ਕਰਨੀਆਂ ਨੇ, ਢਾਈ ਨਾਲ ਢਾਈ ਜੋੜੀ ਜਾਣੀ। ਪੜ ਪੜ ਭਾਰ, ਤੇ ਹੋਰ ਧਰਮ ਗ੍ਰੰਥਾਂ ਨੂੰ ਪੜ ਪੜ ਕੇ ਆਪਣੇ ਸਿਰ ਉਤੇ ਭਾਰ ਹੀ ਚੁੱਕਣਾ ਹੈ। ਲੇਖ ਅਸੰਖ ਅਲੇਖ ਅਪਾਰ। ਹਜ਼ੂਰ ਕਹਿੰਦੇ ਅਲੇਖ ਜੋ ਲੇਖੇ ਤੋਂ ਰਹਿਤ ਤੇ ਅਪਾਰ ਪਾਰਾਵਾਰ ਤੋਂ ਰਹਿਤ ਅਕਾਲ ਪੁਰਖ ਹੈ, ਉਹਦੇ ਬਾਰੇ ਅਣਗਿਣਤ ਲੇਖ ਲਿਖੇ ਗਏ ਹਨ। ਪਰ ਜਿਹੜੇ ਲੋਕ ਉਹਨਾਂ ਨੂੰ ਪੜ ਪੜ ਕੇ ਅੱਗੇ ਜ਼ੁਬਾਨੀ ਕਲਾਮੀ ਗੱਲਾਂ ਕਰਦੇ ਨੇ, ਜਿਵੇਂ ਕਿ ਅਸੀਂ ਰੱਬ ਨੂੰ ਮਿਲੇ ਹੋਏ ਹਾਂ, ਜਿਵੇਂ ਕਿ ਸਾਡੀਆਂ ਸਿੱਧੀਆਂ ਹੀ ਪਰਮੇਸ਼ਰ ਨਾਲ ਗੱਲਾਂ ਹੁੰਦੀਆਂ ਨੇ, ਜਿਹੜੇ ਇਸ ਤਰ੍ਹਾਂ ਦੇ ਲੋਕ ਨੇ
ਸਤਿਗੁਰੂ ਕਹਿੰਦੇ ਨੇ ਉਹ ਤੇ ਪੜ੍ਹ ਪੜ੍ਹ ਕੇ ਸਿਰ ਉੱਤੇ ਹੰਕਾਰ ਦਾ ਭਾਰ ਹੀ ਚੁੱਕਦੇ ਹਨ। ਐਸਾ ਸਾਚਾ ਤੂੰ ਏਕੋ ਜਾਣ, ਜੰਮਣ ਮਰਨਾ ਹੁਕਮ ਪਛਾਣ ਰਹਾਉ। ਹਜ਼ੂਰ ਕਹਿੰਦੇ ਨੇ ਐਸਾ ਸਾਚਾ ਹੈ ਜੀਵ, ਉਹ ਅਕਾਲ ਪੁਰਖ ਵਾਹਿਗੁਰੂ ਸੱਚ ਸਰੂਪ ਐਸਾ ਹੈ ਜਿਹੜਾ ਕਦੀ ਨਾਸ਼ ਨਹੀਂ ਹੁੰਦਾ। ਤੂੰ ਉਸ ਇੱਕੋ ਇੱਕ ਪ੍ਰਮਾਤਮਾ ਨੂੰ ਜਾਣ, ਜੰਮਣ ਮਰਨਾ ਹੁਕਮ ਪਛਾਣ। ਤੇ ਜੋ ਜੰਮਣਾ ਮਰਨਾ ਹੈ ਇਹ ਵੀ ਉਹਦੇ ਹੁਕਮ ਦੇ ਵਿੱਚ ਹੀ ਹੋ ਰਿਹਾ, ਇਸ ਗੱਲ ਨੂੰ ਪਛਾਣ ਰਹਾਉ। ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਮਾਇਆ ਮੋਹੇ ਜਗ ਬਾਧਾ ਜਮ ਕਾਲ, ਬਾਂਧਾ ਛੂਟੈ ਨਾਮ ਸੰਭਾਲ। ਮਾਇਆ ਮੋਹੇ ਜਗ ਬਾਧਾ ਜਮ ਕਾਲ, ਇਹ ਸੰਸਾਰ ਮਾਇਆ ਦੇ ਮੋਹ ਦੇ ਵਿੱਚ ਬਾਧਾ ਬੱਝਿਆ ਹੋਇਆ ਹੈ। ਇਸ ਲਈ ਜਮ ਕਾਲ ਨੇ ਵੀ ਇਸ ਨੂੰ ਬੰਨਿਆ ਹੋਇਆ। ਜਿਹੜਾ ਮਨੁੱਖ ਮਾਇਆ ਦੇ ਮੋਹ ਦੇ ਵਿੱਚ ਫਸਿਆ ਹੋਇਆ ਹੈ ਉਹ ਸਮਝ ਲਓ ਜਮਕਾਲ ਨੇ ਵੀ ਬੰਨਿਆ ਹੋਇਆ। ਬਾਂਧਾ ਛੂਟੈ ਨਾਮ ਸੰਭਾਲ। ਤੇ ਮਹਾਰਾਜ ਇਸ ਮਾਇਆ ਦੇ ਮੋਹ ਤੇ ਜਮਕਾਲ ਤੋਂ ਬੱਝਿਆ ਕਿਹੜਾ ਜੀਵ ਛੁੱਟਦਾ ਹੈ? ਹਜ਼ੂਰ ਕਹਿੰਦੇ ਨੇ ਨਾਮ ਸੰਭਾਲ। ਜਿਹੜਾ ਵਾਹਿਗੁਰੂ ਦੇ ਨਾਮ ਨੂੰ ਸੰਭਾਲ ਲਵੇ ਔਰ ਉਹ ਮੋਹ ਮਾਇਆ ਤੇ ਜਮਕਾਲ ਦੇ ਬੰਧਨਾਂ ਦੇ ਵਿੱਚ ਬੱਝਾ ਹੋਇਆ ਛੁੱਟ ਜਾਂਦਾ ਹੈ। ਗੁਰਸੁਖ ਦਾਤਾ ਅਵਰ ਨਾ ਭਾਲ, ਹਲਤ ਪਲਤ ਨਿਭੀ ਤੁਧ ਨਾਲ। ਹਜ਼ੂਰ ਫਰਮਾਉਂਦੇ ਨੇ ਗੁਰੂ ਸਾਰੇ ਸੁੱਖਾਂ ਦਾ ਦਾਤਾ ਹੈ। ਸਰਬ ਸੁੱਖਾਂ ਕਾ ਦਾਤਾ ਸਤਿਗੁਰ ਤਾਕੀ ਸਰਣੀ ਪਾਈਐ। ਦਰਸ਼ਨ ਭੇਟਤ ਹੋਤ ਆਨੰਦਾ ਦੂ ਗਿਆ ਹਰ ਗਾਈਐ। ਅਵਰ ਨਾ ਭਾਲ। ਤੇ ਹੋਰ ਕਿਧਰੇ ਪਾਈ ਸੁਖ ਦੀ ਭਾਲ ਨਾ ਕਰੋ। ਜੇ ਸੁਖ ਚਾਹੁੰਦੇ ਹੋ ਤੇ ਗੁਰੂ ਦੀ ਸ਼ਰਨ ਵਿੱਚ ਆ ਜਾਓ। ਹਲਤ ਪਲਤ ਨਿਭੀ ਤੁਧ ਨਾਲ। ਕਿਉਂਕਿ ਸੱਚਾ ਸਤਿਗੁਰੂ ਲੋਕ ਤੇ ਪਰਲੋਕ ਵਿੱਚ ਤੇਰੇ ਨਾਲ ਨਿਭੇਗਾ। ਸ਼ਬਦ ਮਰੈ ਤਾਂ ਏਕ ਲਿਵ ਲਾਏ, ਅਚਰ ਚਰੈ ਤਾਂ ਭਰਮ ਚੁਕਾਏ। ਹਜ਼ੂਰ ਕਹਿੰਦੇ ਨੇ ਸ਼ਬਦ ਮਰੈ, ਜਿਹੜਾ ਗੁਰੂ ਕੇ ਸ਼ਬਦ ਦੁਆਰਾ ਮਰ ਜਾਂਦਾ ਹੈ, ਸ਼ਬਦ ਦੀ ਕਮਾਈ ਕਰਕੇ ਜਿਉਂਦੇ ਜੀ ਸੰਸਾਰ ਦਾ ਮੋਹ ਤੇ ਦੇਹ ਦਾ ਮੋਹ ਛੱਡ ਦਿੰਦਾ ਹੈ ਤਾਂ ਏਕ ਲਿਵ ਲਾਏ। ਫਿਰ ਉਹ ਜੀਵ ਇੱਕ ਉਸ ਪਰਮਾਤਮਾ ਦੇ ਵਿੱਚ ਆਪਣੀ ਲਿਵ ਸੁਰਤ ਨੂੰ ਜੋੜ ਲੈਂਦਾ ਹੈ। ਅਚਰ ਚਰੈ ਤਾਂ ਭਰਮ ਚੁਕਾਏ। ਹਜ਼ੂਰ ਕਹਿੰਦੇ ਜਿਹੜਾ ਮਨੁੱਖ ਜਿਹੜੇ ਕਾਮ ਕ੍ਰੋਧ ਆਦਿਕ ਵਿਕਾਰ ਤੇ ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਜਿਹੜੇ 5 ਵਿਸ਼ੇ ਨੇ ਆਚਾਰ, ਇਹਨਾਂ ਨੂੰ ਚਰਨਾ ਬਹੁਤ ਔਖਾ ਹੈ। ਜਿਹੜਾ ਇਹ ਆਚਾਰ ਕਾਮ ਆਦਿਕ ਵਿਕਾਰਾਂ ਨੂੰ ਤੇ ਨਾਲ ਹੀ ਸ਼ਬਦ ਆਦਿਕ ਵਿਸ਼ਿਆਂ ਨੂੰ ਚਰੈ ਖਾ ਜਾਂਦਾ ਹੈ, ਅਭਾਵ ਕਰ ਦਿੰਦਾ ਹੈ, ਤਾਂ ਭਰਮ ਚੁਕਾਏ। ਫਿਰ ਉਹ ਭਰਮ ਨੂੰ ਚੁਕਾ ਦਿੰਦਾ। ਜਿਹੜਾ ਗੁਰੂ ਕੇ ਸ਼ਬਦ ਦੁਆਰਾ ਮਰਦਾ ਹੈ ਤਾਂ ਉਹ ਇੱਕ ਪਰਮਾਤਮਾ ਵਿੱਚ ਲਿਵ ਲਾ ਲੈਂਦਾ ਹੈ। ਤੇ ਜਿਹੜਾ ਕਾਮ ਆਦਿਕ ਵਿਕਾਰਾਂ ਨੂੰ ਚਰੈ ਨਾਸ਼ ਕਰਦਾ ਹੈ ਤਾਂ ਉਹਦਾ ਭਰਮ ਚੁਕਾਏ, ਨਾਸ਼ ਹੋ ਜਾਂਦਾ ਹੈ। ਜੀਵਨ ਮੁਕਤ ਮਨ ਨਾ ਵਸਾਏ, ਗੁਰਮੁਖ ਹੋਏ ਤਾਂ ਸੱਚ ਸਮਾਏ। ਲੋ ਹਜ਼ੂਰ ਕਹਿੰਦੇ ਨੇ ਜਿਹੜਾ ਆਪਣੇ ਮਨ ਵਿੱਚ ਨਾਮ ਨੂੰ ਵਸਾ ਲਵੇ ਫਿਰ ਉਹ ਜੀਵਨ ਮੁਕਤ ਹੋ ਜਾਂਦਾ ਹੈ। ਕਿਉਂਕਿ ਇੱਕ ਜੀਵਨ ਮੁਕਤ ਹੁੰਦਾ ਹੈ, ਦੂਸਰਾ ਬਦੇਹ ਮੁਕਤ ਹੁੰਦਾ ਹੈ। ਜਿਹੜਾ ਜੀਵਨ ਮੁਕਤ ਹੈ, ਜਿਹੜਾ ਜਿਉਂਦੇ ਜੀ ਵਾਹਿਗੁਰੂ ਦੀ ਬੰਦਗੀ ਵੀ ਕਰਦਾ ਹੈ ਤੇ ਆਪਣੀ ਕਿਰਤ ਵੀ ਕਰਦਾ ਹੈ ਤੇ ਫਿਰ ਉਹਨੂੰ ਜੀਵਨ ਮੁਕਤ ਕਹਿੰਦੇ ਨੇ। ਜਿਹੜਾ ਸਰੀਰ ਕਰਕੇ ਸੇਵਾ ਸਿਮਰਨ ਭਗਤੀ ਵੀ ਕਰਦਾ ਹੈ ਤੇ ਮਨ ਕਰਕੇ ਵਾਹਿਗੁਰੂ ਨਾਲ ਜੁੜਿਆ ਰਹਿੰਦਾ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ। ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ, ਉਹਨੂੰ ਜੀਵਨ ਮੁਕਤ ਕਹਿੰਦੇ ਨੇ। ਲਓ ਜਿਹੜਾ ਆਪਣੇ ਮਨ ਵਿੱਚ ਨਾਮ ਵਸਾ ਲਵੇ ਉਹ ਜੀਵਨ ਮੁਕਤ ਹੋ ਜਾਂਦਾ ਹੈ। ਗੁਰਮੁਖ ਹੋਏ ਤਾਂ ਸੱਚ ਸਮਾਏ। ਤੇ ਜਿਹੜਾ ਗੁਰਮੁਖ ਹੋ ਜਾਵੇ, ਗੁਰਮੁਖ ਤੋਂ ਮੁਰਾਦ ਹੈ ਗੁਰੂ ਦੇ ਅਨਸਾਰੀ ਹੋ ਜਾਵੇ ਅਥਵਾ ਗੁਰੂ ਦੇ ਸਨਮੁਖ ਹੋ ਜਾਵੇ ਅਥਵਾ ਗੁਰਮੁਖ ਦਾ ਅਰਥ ਜਿਹੜਾ ਗੁਰੂ ਨੂੰ ਸਮਰਪਿਤ ਹੋ ਜਾਵੇ ਤਾਂ ਸੱਚ ਸਮਾਏ। ਫਿਰ ਉਹ ਸੱਚ ਸਰੂਪ ਪਰਮਾਤਮਾ ਵਿੱਚ ਸਮਾ ਜਾਂਦਾ ਹੈ। ਜਿਨ ਤਰ ਸਾਜੀ ਗਗਨ ਆਕਾਸ਼, ਜਿਨ ਸਭ ਥਾਪੀ ਥਾਪਿਓ ਥਾਪ। ਹਜ਼ੂਰ ਫਰਮਾਉਂਦੇ ਨੇ ਗੁਰਮੁਖੋ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਇਹ ਧਰਤੀ ਸਾਜੀ ਹੈ ਤੇ ਗਗਨ ਆਕਾਸ਼
ਤੇ ਜਿਹੜੇ ਆਕਾਸ਼ ਤੇ ਗਗਨ ਜਿਹੜਾ ਪੁਲਾੜ ਹੈ ਇਹਨੂੰ ਵੀ ਸਾਜਿਆ ਹੈ। ਧਰਤੀ ਵੀ ਉਸਨੇ ਬਣਾਈ ਹੈ ਤੇ ਆਕਾਸ਼ ਵੀ ਉਸਨੇ ਬਣਾਏ ਨੇ ਤੇ ਮਹਾਂਕਾਸ਼ ਵੀ ਉਸਨੇ ਬਣਾਇਆ ਹੈ। ਕਿਉਂਕਿ ਸਤਿਗੁਰੂ ਮਹਾਰਾਜ ਨੇ ਧਰਤੀ ਤੇ ਆਕਾਸ਼ ਵੀ ਬੇਅੰਤ ਮੰਨੇ ਨੇ। ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਪਾਰ ਤਲੈ ਕਵਣ ਜੋਰ। ਪਾਤਾਲਾਂ ਪਾਤਾਲ ਲਖ, ਆਗਾਸਾਂ ਆਗਾਸ। ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਬਾਤ। ਹਜ਼ੂਰ ਕਹਿੰਦੇ ਨੇ ਜਿਸ ਵਾਹਿਗੁਰੂ ਨੇ ਧਰਤੀ ਵੀ ਸਾਜੀ ਹੈ ਤੇ ਆਕਾਸ਼ ਵੀ ਬਣਾਏ ਨੇ ਤੇ ਮਹਾਂਕਾਸ਼ ਵੀ ਬਣਾਇਆ ਹੈ। ਜਿਨ ਸਭ ਥਾਪੀ ਥਾਪਿਓ ਥਾਪ, ਜਿਸ ਵਾਹਿਗੁਰੂ ਨੇ ਸਾਰੀ ਸ੍ਰਿਸ਼ਟੀ ਦਾ ਨਿਰਮਾਣ ਕੀਤਾ ਹੈ ਤੇ ਫਿਰ ਇਸ ਸ੍ਰਿਸ਼ਟੀ ਨੂੰ ਬਣਾ ਕੇ ਉਥਾਪ ਫਿਰ ਨਾਸ਼ ਵੀ ਕਰਦਾ ਹੈ। ਸਾਨੂੰ ਉਸ ਮਾਲਕ ਤੇ ਭਰੋਸਾ ਕਰਨਾ ਚਾਹੀਦਾ ਹੈ। ਸਰਬ ਨਿਰੰਤਰ ਆਪੇ ਆਪ, ਕਿਸੇ ਨਾ ਪੁੱਛੇ ਬਖਸ਼ੇ ਆਪ। ਹਜ਼ੂਰ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਆਪ ਸਾਰਿਆਂ ਦੇ ਅੰਦਰ ਨਿਰੰਤਰ ਦਾਸਤ ਬਿਨਾਂ ਕਿਸੇ ਭੇਦ ਭਾਵ ਤੋਂ ਇੱਕ ਰਸ ਵਿਆਪਕ ਹੋ ਰਿਹਾ ਹੈ। ਕਿਸੇ ਨਾ ਪੁੱਛੇ ਬਖਸ਼ੇ ਆਪ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜਿਸ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਬਖਸ਼ਣਾ ਚਾਹੁੰਦਾ ਹੈ ਤੇ ਉਹਦੇ ਬਾਰੇ ਕਿਸੇ ਤੋਂ ਨਹੀਂ ਪੁੱਛਦਾ। ਉਹਦੀ ਆਪਣੀ ਮੌਜ ਹੁੰਦੀ ਹੈ। ਜਿਹੜਾ ਵੀ ਉਹਦੀ ਸ਼ਰਨ ਵਿੱਚ ਆ ਗਿਆ, ਚਾਹੇ ਕੋਈ ਭਗਤ ਹੈ, ਕੋਈ ਧਰਮ ਹੈ, ਧਰਮੀ ਹੈ, ਚਾਹੇ ਕੋਈ ਅਵਗਣਿਆਰਾ ਹੈ ਤੇ ਚਾਹੇ ਕੋਈ ਕਿੰਨਾ ਵੀ ਗਿਰਿਆ ਹੋਇਆ ਹੈ, ਤੇ ਵਾਹਿਗੁਰੂ ਜਿਸ ਨੂੰ ਬਖਸ਼ਣਾ ਚਾਹੁੰਦਾ ਹੈ ਕਿਸੇ ਨੂੰ ਹੋਰ ਨਹੀਂ ਪੁੱਛਦਾ। ਤੂੰ ਪੁਰ ਸਾਗਰ ਮਾਣਕ ਹੀਰ, ਤੂੰ ਨਿਰਮਲ ਸਚ ਗੁਣੀ ਗਹੀਰ। ਹੇ ਵਾਹਿਗੁਰੂ ਤੂੰ ਪੁਰ ਸਾਗਰ, ਤੂੰ ਇੱਕ ਰਤਨਾਂ ਦਾ ਭਰਿਆ ਹੋਇਆ ਸਾਗਰ ਹੈ ਤੇ ਤੂੰ ਹੀ ਮਾਣਕ ਤੇ ਹੀਰਾ ਹੈ। ਤੂੰ ਨਿਰਮਲ, ਹੈ ਵਾਹਿਗੁਰੂ ਤੂੰ ਨਿਰਮਲ ਪਵਿੱਤਰ ਸਰੂਪ ਹੈ ਤੇ ਸੱਚ ਸਰੂਪ ਹੈ। ਗੁਣੀ ਗਹੀਰ, ਤੇ ਸਾਰੇ ਗੁਣਾਂ ਦਾ ਗਹੀਰ ਖਜ਼ਾਨਾ ਵੀ ਤੂੰ ਹੈ। ਸੁਖ ਮਾਨੈ ਭੇਟੈ ਗੁਰ ਪੀਰ, ਏਕੋ ਸਾਹਿਬ ਏਕ ਵਜੀਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸੁਖ ਮਾਨੈ ਭੇਟੈ ਗੁਰ ਪੀਰ। ਜਿਸ ਨੂੰ ਪਾਈ ਕੋਈ ਗੁਰੂ ਪੀਰ ਮਿਲ ਜਾਂਦਾ ਹੈ ਤੇ ਪਾਈ ਫਿਰ ਉਹੀ ਉਸ ਵਾਹਿਗੁਰੂ ਪਰਮੇਸ਼ਰ ਦੇ ਮਿਲਾਪ ਦੇ ਦਰਸ਼ਨਾਂ ਦੇ ਸੁਖ ਨੂੰ ਮਾਣਦਾ ਹੈ। ਏਕੋ ਸਾਹਿਬ ਏਕ ਵਜ਼ੀਰ। ਉਹ ਅਕਾਲ ਪੁਰਖ ਵਾਹਿਗੁਰੂ ਇੱਕੋ ਹੀ ਪਾਤਸ਼ਾਹ ਹੈ ਤੇ ਇੱਕੋ ਹੀ ਵਜ਼ੀਰ ਹੈ। ਆਪੇ ਵਡ ਪਾਤਸ਼ਾਹੋ ਆਪ ਵਜ਼ੀਰ ਟਿਆ। ਇਹਦਾ ਮਤਲਬ ਇਹ ਹੈ ਹੋਰ ਕੋਈ ਉਸ ਦੇ ਮੁਕਾਬਲੇ ਤੇ ਕੋਈ ਵਜ਼ੀਰ, ਕੋਈ ਅਹਿਲਕਾਰ ਨਹੀਂ ਹੋ ਸਕਦਾ। ਉਹ ਅਕਾਲ ਪੁਰਖ ਵਾਹਿਗੁਰੂ ਆਪੇ ਸਾਹਿਬ ਪਾਤਸ਼ਾਹ ਹੈ ਤੇ ਆਪ ਹੀ ਉਹ ਵਜ਼ੀਰ, ਸਲਾਹਕਾਰ, ਮੰਤਰੀ ਹੈ। ਜਗ ਬੰਦੀ ਮੁਕਤੇ ਹਉ ਮਾਰੀ, ਜਗ ਗਿਆਨੀ ਵਿਰਲਾ ਆਚਾਰੀ। ਹਜ਼ੂਰ ਕਹਿੰਦੇ ਨੇ ਸਾਰਾ ਸੰਸਾਰ ਬੰਦੀ ਮਾਇਆ ਦੀ ਜੇਲ੍ਹ ਵਿੱਚ ਪਿਆ ਹੋਇਆ ਹੈ, ਮਾਇਆ ਦਾ ਗੁਲਾਮ ਬਣਿਆ ਹੋਇਆ ਹੈ। ਮੁਕਤੇ ਹਉ ਮਾਰੀ, ਜਿਸ ਨੇ ਹਉਮੈ ਨੂੰ ਮਾਰ ਦਿੱਤਾ ਮੁਕਤੇ, ਤੇ ਫਿਰ ਉਹ ਭਾਈ ਮੁਕਤ ਹੋ ਗਏ ਨੇ। ਜਗ ਗਿਆਨੀ ਵਿਰਲਾ ਆਚਾਰੀ। ਜਗ ਵਿੱਚ ਗਿਆਨੀ ਤਾਂ ਬਥੇਰੇ ਨੇ, ਲੋਕਾਂ ਨੂੰ ਗਿਆਨ ਧਿਆਨ ਦੱਸਣ ਵਾਲੇ ਪ੍ਰਚਾਰਕ ਕਥਾਵਾਚਕ ਬਥੇਰੇ ਨੇ। ਵਿਰਲਾ ਆਚਾਰੀ, ਪਰ ਜਿਹੜਾ ਆਚਾਰੀ ਗੁਰਸਿੱਖੀ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲਣ ਵਾਲਾ, ਕੋਈ ਵਿਰਲਾ ਹੀ ਤੁਹਾਨੂੰ ਗਿਆਨੀ ਮਿਲੇਗਾ। ਤੇ ਜਿਸ ਗਿਆਨੀ ਨੇ ਆਪਣੇ ਜੀਵਨ ਨੂੰ ਗੁਰਸਿੱਖੀ ਦੇ ਸੰਚੇ ਵਿੱਚ ਢਾਲਿਆ ਹੋਵੇ, ਅਮਲੀ ਜੀਵਨ ਵਾਲਾ ਕੋਈ ਵਿਰਲਾ ਹੀ ਗਿਆਨੀ ਤੁਹਾਨੂੰ ਪ੍ਰਾਪਤ ਹੋਵੇਗਾ। ਜਗ ਪੰਡਤ ਵਿਰਲਾ ਵਿਚਾਰੀ। ਦੁਨੀਆ ਵਿੱਚ ਪੰਡਤ ਤਾਂ ਹਰ ਕੋਈ ਬਣਿਆ ਫਿਰਦਾ ਹੈ। ਆ ਬੜੇ ਬੜੇ ਵਿਦਵਾਨ ਆਪਣੇ ਆਪ ਨੂੰ ਪੰਡਤ ਅਖਵਾਉਂਦੇ ਨੇ। ਕੋਈ ਆਪਣੇ ਆਪ ਨੂੰ ਕੋਈ ਪ੍ਰੋਫੈਸਰ, ਕੋਈ ਡਾਕਟਰ, ਕੋਈ ਕੁਛ ਅਖਵਾਉਂਦਾ ਹੈ। ਵਿਰਲਾ ਵਿਚਾਰੀ, ਪਰ ਅਸਲੀ ਗੁਰਬਾਣੀ ਦੀ ਵਿਚਾਰ ਕਰਨ ਵਾਲਾ ਕੋਈ ਵਿਰਲਾ ਹੀ ਪੰਡਤ ਤੁਹਾਨੂੰ ਮਿਲੇਗਾ। ਬਿਨ ਸਤਿਗੁਰ ਭੇਟੇ ਸਭ ਫਿਰੈ ਅਹੰਕਾਰੀ। ਹਜ਼ੂਰ ਕਹਿੰਦੇ ਨੇ ਬਿਨਾਂ ਪੂਰੇ ਸਤਿਗੁਰੂ ਦੇ ਮਿਲਣ ਤੋਂ ਤੇ ਜਿੰਨੇ ਵੀ ਸੰਸਾਰ ਦੇ ਵਿੱਚ ਗਿਆਨੀ ਧਿਆਨੀ ਨੇ, ਬੜੇ ਬੜੇ ਪੰਡਤ ਵਿਦਵਾਨ ਨੇ, ਤੇ ਸਾਰੇ ਹੰਕਾਰੀ ਹੋਏ ਫਿਰਦੇ ਨੇ। ਹੰਕਾਰ ਨੂੰ ਸਾਰਿਆਂ ਨੇ ਬਰਬਾਦ ਕੀਤਾ ਹੋਇਆ ਹੈ। ਜਗ ਦੁਖੀਆ ਸੁਖੀਆ ਜਨ ਕੋਏ, ਜਗ ਰੋਗੀ ਭੋਗੀ ਗੁਣ ਰੋਏ।
ਹਜ਼ੂਰ ਕਹਿੰਦੇ ਨੇ ਜਗ ਦੁਖੀਆ, ਸੰਸਾਰ ਸਾਰਾ ਹੀ ਦੁਖੀ ਹੈ। ਬਾਲੀ ਰੋਵੈ ਨਾਹੀ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਬਾਬਾ ਫਰੀਦ ਜੀ ਨੇ ਵੀ ਲਿਖਿਆ ਹੈ, ਫਰੀਦਾ ਮੈਂ ਜਾਣਿਆ ਦੁਖ ਮੁਝ ਕੋ, ਦੁਖ ਸੁਭਾਇਆ ਜਗ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਕਿਸੇ ਕਵੀ ਨੇ ਬੜਾ ਸੁੰਦਰ ਵਿਸ਼ਲੇਸ਼ਣ ਕੀਤਾ ਹੈ। ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿਤ ਉਦਾਸ, ਥੋੜੇ ਥੋੜੇ ਸਭ ਦੁਖੀ, ਸੁਖੀ ਹਰੀ ਕੇ ਦਾਸ। ਸਾਰਾ ਸੰਸਾਰ ਹੀ ਦੁਖੀ ਹੈ, ਸੁਖੀਆ ਜਨ ਕੋਏ, ਪਰ ਸੁਖੀ ਆਦਮੀ ਕੋਈ ਵਿਰਲਾ ਹੀ ਹੈ, ਪਰਮੇਸ਼ਰ ਦਾ ਪਿਆਰਾ। ਜਗ ਰੋਗੀ ਭੋਗੀ ਗੁਣ ਰੋਏ, ਹਜ਼ੂਰ ਕਹਿੰਦੇ ਸਾਰਾ ਸੰਸਾਰ ਹੀ ਰੋਗੀ ਹੈ। ਉਹ ਕਿਉਂ ਭੋਗੀ? ਕਿਉਂਕਿ ਸਾਰਾ ਭੋਗਾਂ ਦੇ ਵਿੱਚ ਗਰਸਿਆ ਹੋਇਆ। ਇਹ ਇੱਕ ਨਿਯਮ ਹੈ, ਬਹੁ ਸਾਧੋਂ ਦੁਖ ਪ੍ਰਾਪਤ ਹੋਵੇ, ਭੋਗਹੁ ਰੋਗ ਸੋ ਅੰਤ ਵਿਗੋਵੇ। ਬਹੁਤੇ ਸਵਾਦ ਚੱਖਣ ਦੇ ਨਾਲ ਮਨੁੱਖ ਨੂੰ ਦੁੱਖ ਭੋਗਣਾ ਪੈਂਦਾ ਹੈ। ਬਹੁਤੇ ਭੋਗ ਭੋਗਣ ਦੇ ਨਾਲ ਵੀ ਸਰੀਰ ਵਿੱਚ ਰੋਗ ਪੈਦਾ ਹੋ ਜਾਂਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਸਾਰਾ ਸੰਸਾਰ ਰੋਗੀ ਹੈ। ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਇਹ ਰੋਗੀ ਕਿਉਂ ਹੈ? ਭੋਗੀ। ਇਹ ਭੋਗ ਭੋਗਣ ਦੇ ਵਿੱਚ ਲੱਗਿਆ ਹੋਇਆ ਹੈ, ਨਸ਼ਿਆਂ ਵਿਸ਼ਿਆਂ ਦੇ ਸੁਖ ਭੋਗਣ ਦੇ ਵਿੱਚ ਲੱਗਿਆ ਹੋਇਆ ਹੈ। ਤੇ ਗੁਣ ਰੋਏ, ਤੇ ਗੁਣਾਂ ਤੋਂ ਖਾਲੀ ਹੋਣ ਕਰਕੇ ਤੇ ਫਿਰ ਅਖੀਰ ਤੇ ਰੋਂਦਾ ਹੈ। ਜਗ ਉਪਜੈ ਬਿਨਸੈ ਪਤ ਖੋਏ, ਗੁਰਮੁਖ ਹੋਵੇ ਬੂਝੈ ਸੋਏ। ਹਜ਼ੂਰ ਕਹਿੰਦੇ ਨੇ ਜਗ ਉਪਜੈ, ਇਹ ਸੰਸਾਰ ਪੈਦਾ ਹੁੰਦਾ ਹੈ, ਤੇ ਬਿਨਸੈ ਪਤ ਖੋਏ, ਆਪਣੀ ਪਤ ਇੱਜ਼ਤ ਗਵਾ ਕੇ, ਬਿਨਸੈ ਦਾ ਅਰਥ ਨਾਸ਼ ਹੋ ਜਾਂਦਾ। ਸਾਰਾ ਸੰਸਾਰ ਠੀਕ ਹੈ, ਪੈਦਾ ਤੇ ਹੁੰਦਾ ਹੈ, ਪਰ ਆਪਣੀ ਇੱਜ਼ਤ ਗਵਾ ਕੇ ਨਾਸ਼ ਹੋ ਜਾਂਦਾ ਹੈ। ਗੁਰਮੁਖ ਹੋਵੇ ਬੂਝੈ ਸੋਏ, ਜਿਹੜਾ ਗੁਰਮੁਖ ਬਣ ਜਾਂਦਾ ਹੈ, ਗੁਰੂ ਅਨਸਾਰੀ ਹੋ ਜਾਂਦਾ ਹੈ, ਉਹ ਇਸ ਗੱਲ ਨੂੰ ਸਮਝਦਾ ਹੈ ਕਿ ਜੀਵਨ ਨੂੰ ਕਿਵੇਂ ਸੁਖੀ ਕਰਨਾ ਹੈ। ਮਹਿੰਗੋ ਮੋਲ ਭਾਰੇ ਅਫਾਰ, ਅਟਲ ਅਸ਼ਲ ਗੁਰਮਤੀ ਧਾਰ। ਹਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ ਮਹਿੰਗੋ ਮੋਲ, ਮੁੱਲ ਕਰਕੇ ਬਹੁਤ ਮਹਿੰਗਾ ਹੈ। ਭਾਵ ਉਸ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰਨ ਵਾਸਤੇ ਕੋਈ ਵੀ ਸਾਧਨ ਕਾਰਗਰ ਨਹੀਂ ਸਿੱਧ ਹੋ ਸਕਦਾ। ਕਿਉਂ? ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਹੈ ਮਹਿੰਗੋ ਮੋਲ, ਉਸ ਵਾਹਿਗੁਰੂ ਦਾ ਮੁੱਲ ਬਹੁਤ ਮਹਿੰਗਾ ਹੈ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਜੇ ਕਹਿੰਦੇ ਸਿਰ ਦੇ ਕੇ ਵੀ ਕਿਸੇ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਵੇ ਨਾ, ਉਹ ਇਹ ਨਾ ਸਮਝੇ ਮੈਂ ਬਹੁਤ ਮਹਿੰਗੇ ਮੁੱਲ ਲੈ ਲਏ। ਮਹਾਂਪੁਰਖ ਇੱਕ ਬੜੀ ਸੁੰਦਰ ਵਿਚਾਰ ਸੁਣਾਉਂਦੇ ਸਨ। ਤਨ ਗੰਦਗੀ ਦੀ ਕੋਠੜੀ, ਹਰ ਹੀਰਿਆਂ ਦੀ ਖਾਣ। ਜੇ ਸਿਰ ਦਿੱਤਿਆਂ ਹਰ ਮਿਲੇ, ਤਾਂ ਵੀ ਸਸਤਾ ਜਾਣ। ਜੇ ਸਰੀਰ ਦੇ ਕੇ ਵੀ, ਜਿੰਦ ਜਾਨ ਦੇ ਕੇ ਵੀ ਪਰਮੇਸ਼ਰ ਮਿਲਦਾ ਨਾ, ਤੇ ਫਿਰ ਸਮਝ ਲਓ ਹਾਲੇ ਸਸਤਾ ਹੀ ਹੈ। ਮਹਿੰਗੋ ਮੋਲ, ਇਸ ਲਈ ਵਾਹਿਗੁਰੂ ਦਾ ਮੁੱਲ ਬਹੁਤ ਮਹਿੰਗਾ ਹੈ। ਭਾਰ ਅਫਾਰ, ਤੇ ਵਾਹਿਗੁਰੂ ਦਾ ਜਿਹੜਾ ਭਾਰ ਹੈ, ਉਹਦਾ ਤੋਲ ਹੈ, ਉਹ ਵੀ ਅਫਾਰ ਫੜਨ ਤੋਂ ਰਹਿਤ ਹੈ। ਭਾਵ ਉਹ ਕਿਸੇ ਤਰਾਜੂ ਨਾਲ ਤੋਲਿਆ ਵੀ ਨਹੀਂ ਜਾ ਸਕਦਾ। ਅਟਲ ਅਸ਼ਲ ਗੁਰਮਤੀ ਧਾਰ, ਉਹ ਅਟਲ ਟਲਣ ਤੋਂ ਰਹਿਤ ਹੈ, ਤੇ ਅਸ਼ਲ ਕਿਸੇ ਤਰ੍ਹਾਂ ਛਲਿਆ ਨਹੀਂ ਜਾ ਸਕਦਾ। ਗੁਰਮਤੀ ਧਾਰ, ਤੇ ਗੁਰਮਤ ਦੁਆਰਾ ਉਹਨੂੰ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਜਾਂਦਾ ਹੈ। ਪਾਏ ਮਿਲੇ ਭਾਵੈ ਪੈਕਾਰ, ਨਾਨਕ ਨੀਚ ਕਹਿ ਵਿਚਾਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਨੀਚ ਵੀ ਇਹ ਨਿਮਾਣਾ ਦਾਸ ਇਸ ਵਿਚਾਰ ਨੂੰ ਆਖ ਰਿਹਾ ਹੈ। ਪਾਏ ਮਿਲੇ, ਜਿਹੜਾ ਮਨੁੱਖ ਵਾਹਿਗੁਰੂ ਦੇ ਨਾਲ ਪ੍ਰੇਮ ਕਰਦਾ ਹੈ, ਉਹੀ ਉਸ ਨੂੰ ਮਿਲਦਾ ਹੈ। ਭਾਵੈ ਪੈਕਾਰ, ਤੇ ਪਾਉਂਦਾ ਕੌਣ ਹੈ? ਜਿਹੜਾ ਵਾਹਿਗੁਰੂ ਦੇ ਭੈ ਵਿੱਚ ਰਹਿ ਕੇ ਕਾਰ ਸੇਵਾ ਭਗਤੀ ਦੀ ਕਾਰ ਟਹਿਲ ਕਰਦਾ ਹੈ, ਉਸ ਵਾਹਿਗੁਰੂ ਦੇ ਮਨ ਨੂੰ ਪਾਉਂਦਾ ਹੈ। ਜਿਹੜਾ ਉਸ ਦੇ ਨਾਲ ਪ੍ਰੇਮ ਕਰੇ ਉਹ ਉਹਨੂੰ ਮਿਲ ਜਾਂਦਾ ਹੈ, ਤੇ ਜਿਹੜਾ ਉਹਦੇ ਭੈ ਵਿੱਚ ਰਹਿ ਕੇ ਸੇਵਾ ਭਗਤੀ ਕਰਦਾ ਹੈ ਉਹ ਉਸ ਨੂੰ ਪਾ ਜਾਂਦਾ ਹੈ। ਭੈ ਤੇ ਭਾਉ ਇਹ ਦੋ ਸਾਧਨ ਨੇ ਜਿਨ੍ਹਾਂ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਆਸਾ ਮਹੱਲਾ ਪਹਿਲਾ।
ਏਕ ਮਰੈ ਪੰਚੇ ਮਿਲ ਰੋਵਹਿ, ਹਉਮੈ ਜਾਇ ਸ਼ਬਦ ਮਲ ਧੋਵਹਿ। ਲਓ ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਸਵਾਲ ਕੀਤਾ, ਸੱਚੇ ਪਾਤਸ਼ਾਹ ਇਹ ਇੱਕ ਅਟਲ ਨਿਯਮ ਹੈ, ਰਾਣਾ ਰਾਉ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ। ਪਰ ਇਹ ਵੀ ਦੇਖਣ ਦੇ ਵਿੱਚ ਆਉਂਦਾ ਹੈ, ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰਦਾ ਹੈ ਤੇ ਜਿਹੜੇ ਉਸਦੇ ਰਿਸ਼ਤੇਦਾਰ ਹੁੰਦੇ ਨੇ, ਕਰੀਬੀ, ਉਹ ਸਾਰੇ ਰੋਣਾ ਸ਼ੁਰੂ ਕਰ ਦਿੰਦੇ ਨੇ। ਸਾਨੂੰ ਕਿਰਪਾ ਕਰਕੇ ਦੱਸੋ ਵੀ ਇਹ ਮਰਨ ਤੇ ਰੋਣ ਦੀ ਜਿਹੜੀ ਦੁਨੀਆ ਵਿੱਚ ਰੀਤ ਪ੍ਰਚਲਿਤ ਹੈ, ਕੀ ਐਸਾ ਗੁਰਮੁਖਾਂ ਨੂੰ ਕਰਨਾ ਚਾਹੀਦਾ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹਦਾ ਅੱਗੇ ਨਿਰਣਾ ਪੇਸ਼ ਕਰਦੇ ਨੇ। ਰਹਾਉ ਦੀਆਂ ਪੰਕਤੀਆਂ ਹਨ, ਕੌਣ ਮਰੈ ਕੌਣ ਰੋਵੈ ਉਹੀ, ਕਰਨ ਕਾਰਨ ਸਭ ਸੈ ਸਿਰ ਤੋਹੀ। ਹਜ਼ੂਰ ਕਹਿੰਦੇ ਨੇ ਭਾਈ ਪਹਿਲੀ ਤਾਂ ਗੱਲ ਇਹ ਸੋਚਣ ਵਾਲੀ ਹੈ, ਕੌਣ ਮਰੈ, ਵੀ ਕੌਣ ਮਰਦਾ ਤੇ ਕੌਣ ਰੋਂਦਾ ਹੈ, ਉਹੀ ਉਹੀ ਉਹ ਕਰਕੇ। ਕਰਨ ਕਾਰਨ ਸਭ ਸੈ ਸਿਰ ਤੋਹੀ, ਕਿਉਂਕਿ ਸਾਰੇ ਕਾਰਨਾਂ ਨੂੰ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਸਭ ਤੇ ਸਿਰ ਤੇ ਖਲੋਤਾ ਵੇਖ ਰਿਹਾ ਹੈ। ਹੈ ਜੀਵ ਤੋਹੀ, ਤੇਰੇ ਵੱਲ ਵੀ ਉਹ ਦੇਖ ਰਿਹਾ ਹੈ। ਕੌਣ ਮਰੈ ਕੌਣ ਮਰਦਾ ਹੈ? ਸਰੀਰ ਪੰਜ ਤੱਤਾਂ ਤੋਂ ਬਣਿਆ ਹੋਇਆ ਹੈ। ਪਾਂਚ ਤਤ ਕੋ ਤਨ ਰਤਿਓ ਜਾਨੋ ਚਤਰ ਸੁਜਾਨ, ਜੇ ਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ। ਜਿਹੜੇ ਤੱਤਾਂ ਵਿੱਚ ਲੀਨ ਹੋ ਜਾਂਦੇ ਨੇ ਤੇ ਜਿਹੜੀ ਪੰਜ ਤੱਤਾਂ ਤੋਂ ਵੱਖਰੀ ਇੱਕ ਜੋਤ ਹੈ, ਇਹ ਸਰੀਰਾ ਮੇਰਿਆ ਹਰ ਤੋਂ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਤੇ ਉਹ ਜੋਤ ਕਦੇ ਮਰਨ ਵਾਲੀ ਨਹੀਂ ਹੈ। ਸਾਨੂੰ ਪਹਿਲਾਂ ਇਹ ਦੱਸੋ ਕੌਣ ਮਰੈ, ਵੀ ਮਰਦਾ ਕੌਣ ਹੈ? ਮਰਨ ਵਾਲੀ ਕੋਈ ਚੀਜ਼ ਹੈ ਹੀ ਨਹੀਂ। ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਲਤ ਆਪ ਹੀ ਕਰੈ। ਇਹ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਹੈ। ਮਰਨ ਹਾਰੇ ਜੀਅਰਾ ਨਾਹੀਂ, ਪਵਨਾ ਮੈਂ ਪਵਨ ਸਮਾਇਆ, ਜੋਤੀ ਮਾਹੇ ਜੋਤ ਰਲ ਜਾਇਆ। ਮਾਟੀ ਮਾਟੀ ਹੋਈ ਏਕ, ਰੋਵਣ ਹਾਰੇ ਕੀ ਕਵਨ ਟੇਕ। ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ। ਇਹ ਤੋਂ ਚਲਤ ਪਿਆ। ਇਹ ਤੇ ਇੱਕ ਚਰਿੱਤਰ ਹੈ, ਇਹ ਤੇ ਕੌਤਕ ਹੈ, ਜਿਸ ਦੇ ਬਾਰੇ ਸਾਨੂੰ ਪਤਾ ਨਹੀਂ ਲੱਗਦਾ। ਹਜ਼ੂਰ ਕਹਿੰਦੇ ਨੇ ਕੌਣ ਮਰਦਾ ਹੈ ਤੇ ਕੌਣ ਉਹ ਕਰਕੇ ਰੋਂਦਾ ਹੈ। ਭਾਵ ਨਾ ਕੋਈ ਮਰਨ ਵਾਲੀ ਚੀਜ਼ ਹੈ ਤੇ ਨਾ ਹੀ ਕੋਈ ਰੋਣ ਦਾ ਕਾਰਨ ਬਣਦਾ ਹੈ। ਐਵੇਂ ਲੋਕ ਭਰਮ ਭੁਲੇਖਿਆਂ ਵਿੱਚ ਪੈ ਕੇ ਐਸਾ ਕਰ ਰਹੇ ਨੇ ਤੇ ਵਾਹਿਗੁਰੂ ਉਹਨਾਂ ਨੂੰ ਵੇਖ ਰਿਹਾ ਹੈ ਤੇ ਵੇਖ ਵੇਖ ਕੇ ਵਾਹਿਗੁਰੂ ਪਰਮੇਸ਼ਰ ਹੈਰਾਨ ਹੁੰਦਾ ਹੈ। ਲੋ ਹੁਣ ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਨੇ, ਏਕ ਮਰੈ ਪੰਚੇ ਮਿਲ ਰੋਵਹਿ, ਹਉਮੈ ਜਾਇ ਸ਼ਬਦ ਮਲ ਧੋਵਹਿ। ਹਜ਼ੂਰ ਕਹਿੰਦੇ ਏਕ ਮਰੈ, ਜਦੋਂ ਇੱਕ ਮਨੁੱਖ ਮਰਦਾ ਹੈ ਤੇ ਉਹਨੂੰ ਪੰਜ ਆਦਮੀ ਮਿਲ ਕੇ ਬੈਠ ਕੇ ਰੋਂਦੇ ਨੇ। ਉਹ ਪੰਜ ਕਿਹੜੇ ਨੇ? ਜਿਹੜੇ ਪੰਜ, ਇੱਕ ਤੇ ਮਾਤਾ ਪਿਤਾ, ਦੂਸਰੇ ਭੈਣ ਭਰਾ, ਤੇ ਤੀਸਰੇ ਨੰਬਰ ਤੇ ਜਿਹੜੇ ਉਹਦੇ ਧੀਆਂ ਪੁੱਤਰ ਨੇ, ਚੌਥੇ ਨੰਬਰ ਤੇ ਉਹਦੀ ਪਤਨੀ ਘਰਵਾਲੀ, ਤੇ ਪੰਜਵੇਂ ਨੰਬਰ ਤੇ ਜਿਹੜੇ ਉਹਦੇ ਕਰੀਬੀ ਮਿੱਤਰ ਦੋਸਤ ਹੁੰਦੇ ਨੇ, ਉਹ ਪੰਜੇ ਮਿਲ ਕੇ ਰੋਂਦੇ ਹੈ। ਏਕ ਮਰੈ ਪੰਚੇ ਮਿਲ ਰੋਵੈ। ਇਹਦਾ ਦੂਜਾ ਅੰਤਰੀਵ ਅਰਥ ਇਹ ਵੀ ਹੈ, ਏਕ ਮਰੈ, ਜਦੋਂ ਇੱਕ ਮਨ ਮਰਦਾ ਹੈ ਤੇ ਪੰਚੇ ਮਿਲ ਰੋਵੈ, ਜਿਹੜੇ ਪੰਜ ਗਿਆਨ ਇੰਦਰੀਏ ਨੇ ਉਹ ਮਿਲ ਕੇ ਰੋਂਦੇ ਨੇ। ਕਿਉਂਕਿ ਮਨ ਦੀ ਮੌਤ ਇਹਨਾਂ ਦੇ ਲਈ ਦੁਖਦਾਈ ਹੁੰਦੀ ਹੈ, ਕਿਉਂਕਿ ਪੰਜੇ ਗਿਆਨ ਇੰਦਰੀਏ ਇਸ ਮਨ ਦੇ ਨਾਲ ਹੀ ਮਿਲ ਕੇ ਵਿਸ਼ਿਆਂ ਦਾ ਸੁੱਖ ਭੋਗਦੇ ਨੇ। ਤੇ ਜਦੋਂ ਮਨ ਹੀ ਮਰ ਜਾਂਦਾ ਹੈ ਫਿਰ ਇਹ ਪੰਜੇ ਗਿਆਨ ਇੰਦਰੀਏ ਮਿਲ ਕੇ ਰੋਂਦੇ ਨੇ। ਹਉਮੈ ਜਾਏ ਸ਼ਬਦ ਮਲ ਧੋਵੈ। ਹਜ਼ੂਰ ਕਹਿੰਦੇ ਨੇ ਜਿਹੜਾ ਗੁਰਸਿੱਖ ਮਾਈ ਪਾਈ ਗੁਰੂ ਕੇ ਸ਼ਬਦ ਦੁਆਰਾ ਮੋਹ ਮਾਇਆ ਦੀ ਮੈਲ ਨੂੰ ਧੋ ਦਿੰਦਾ ਹੈ, ਉਹਦੇ ਅੰਦਰੋਂ ਹਉਮੈ ਚਲੀ ਜਾਂਦੀ ਹੈ ਤੇ ਫਿਰ ਉਹ ਜੋ ਵੀ ਕੁਛ ਹੁੰਦਾ ਉਹਨੂੰ ਵਾਹਿਗੁਰੂ ਦਾ ਪਾਣਾ ਤੇ ਰਜ਼ਾ ਸਮਝਦਾ ਹੈ। ਸਮਝ ਸੂਝ ਸਹਿਜ ਘਰ ਹੋਵੇ, ਬਿਨ ਬੂਝੇ ਸਗਲੀ ਪਤ ਖੋਵੈ ਹੈ। ਹਜ਼ੂਰ ਕਹਿੰਦੇ ਨੇ ਜਿਹੜਾ ਗੁਰਸਿੱਖ ਮਾਈ ਭਾਈ ਸਹਿਜ ਘਰ, ਜਿਹੜੀ ਤੁਰਿਆ ਅਵਸਥਾ ਹੈ, ਆਤਮਕ ਅਡੋਲ ਅਵਸਥਾ ਹੈ, ਉਹਦੇ ਵਿੱਚ ਪਹੁੰਚ ਜਾਂਦਾ ਹੈ ਤੇ ਫਿਰ ਉਸ ਨੂੰ ਇਸ ਗੱਲ ਦੀ ਸਾਰੀ ਸੂਝ ਸਮਝ ਪ੍ਰਾਪਤ ਹੋ ਜਾਂਦੀ ਹੈ। ਕਿਸ ਗੱਲ ਦੀ?
ਬਈ ਜਿਹੜਾ ਮਨੁੱਖ ਹਉਮੈ ਦੇ ਵਿੱਚ ਹੈ ਤੇ ਉਹੀ ਰੋਂਦਾ ਹੈ ਜਿਸ ਦੀ ਹਉਮੈ ਨਾਸ ਹੋ ਜਾਵੇ ਤੇ ਮੋਹ ਦੂਰ ਹੋ ਜਾਵੇ, ਉਹ ਨਹੀਂ ਰੋਂਦਾ। ਸਮਝ ਸੂਝ ਸਹਿਜ ਕਰ ਹੋਵੇ, ਸਹਿਜ ਘਰ ਦੇ ਵਿੱਚ ਪਹੁੰਚ ਕੇ ਹੀ ਇਸ ਗੱਲ ਦੀ ਉਸ ਨੂੰ ਸੂਝ ਬੂਝ ਪ੍ਰਾਪਤ ਹੁੰਦੀ ਹੈ। ਬਿਨ ਬੂਝੇ ਸਗਲੀ ਪਥ ਖੋਵੇ। ਪਰ ਇਸ ਸਿਧਾਂਤ ਨੂੰ, ਇਸ ਭੇਤ ਨੂੰ ਸਮਝੇ ਤੋਂ ਬਿਨਾਂ ਵੀ ਵੇਖ ਲੋ ਸਗਲੀ ਪਥ ਖੋਵੇ, ਇਹ ਜੀਵ ਆਪਣੀ ਸਾਰੀ ਪਤ ਇੱਜ਼ਤ ਨੂੰ ਖੋਵੇ, ਬਰਬਾਦ ਕਰ ਰਿਹਾ ਹੈ, ਨਾਸ਼ ਕਰ ਰਿਹਾ ਹੈ। ਭਾਵ ਰੋਣ ਵਾਲੇ ਆਪਣੀ ਇੱਜ਼ਤ ਹੀ ਖਰਾਬ ਕਰਦੇ ਨੇ ਨਾ। ਬਿਨਾਂ ਅਸਲੀ ਪਰਮਾਰਥ ਨੂੰ ਸਮਝੇ ਤੋਂ ਆਪਣੀ ਸਾਰੀ ਪਤ ਨੂੰ ਇਹ ਜੀਵ ਨਾਸ਼ ਕਰ ਰਹੇ ਹਨ। ਕੌਣ ਮਰੈ ਕੌਣ ਰੋਵੈ, ਉਹੀ ਕਰਨ ਕਾਰਨ ਸਭ ਸੈ ਸਿਰ ਤੋਹੀ ਰਹਾਉ। ਹਜ਼ੂਰ ਕਹਿੰਦੇ ਨੇ ਭਾਈ ਮਰਦਾ ਕੌਣ ਹੈ, ਮਰਨ ਹਾਰੇ ਜੀਅਰਾ ਨਹੀਂ। ਕੌਣ ਰੋਵੈ, ਉਹੀ ਉਹ ਕਰਕੇ ਕੌਣ ਰੋਂਦਾ ਹੈ, ਅਗਿਆਨੀ ਪੁਰਸ਼ ਹੀ ਰੋਂਦਾ ਹੈ। ਕਰਨ ਕਾਰਨ ਸਭ ਸੈ ਸਿਰ ਤੋਹੀ, ਹੇ ਕਰਨ ਕਾਰਨ ਸਰੂਪ ਵਾਹਿਗੁਰੂ, ਤੂੰ ਸਾਰਿਆਂ ਦੇ ਸਿਰ ਉੱਤੇ ਖਲੋਤਾ ਹੈ ਤੇ ਜੋ ਕੁਛ ਜੀਵ ਕਰਦੇ ਨੇ ਤੂੰ ਸਾਰਿਆਂ ਨੂੰ ਵੇਖ ਰਿਹਾ ਹੈ। ਅਥਵਾ ਕਰਨ ਕਾਰਨ ਸਭ ਸੈ ਸਿਰ ਤੋਹੀ, ਇਹ ਜੀਵ ਨੂੰ ਵੀ ਸੰਬੋਧਨ ਕਰਕੇ ਆਖਿਆ ਹੈ ਵੀ ਉਹ ਕਰਨ ਕਾਰਨ ਸਰੂਪ ਵਾਹਿਗੁਰੂ ਸਾਰਿਆਂ ਦੇ ਸਿਰ ਉੱਤੇ ਖਲੋਤਾ ਹੈ ਤੇ ਤੋਹੀ ਤੇਰੇ ਵੱਲ ਵੀ ਉਹ ਵੇਖ ਰਿਹਾ ਜੋ ਕੁਛ ਤੂੰ ਕਰ ਰਿਹਾ ਹੈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਮੂਏ ਕਉ ਰੋਵੈ ਦੁਖ ਕੋਏ, ਸੋ ਰੋਵੈ ਜਿਸ ਬੇਦਨ ਹੋਏ। ਹਜ਼ੂਰ ਕਹਿੰਦੇ ਨੇ ਮਰਨ ਵਾਲੇ ਦੇ ਦੁੱਖ ਨੂੰ ਮਹਿਸੂਸ ਕਰਕੇ ਕੋਈ ਵਿਰਲਾ ਹੀ ਰੋਂਦਾ ਹੈ। ਭਾਵ ਜਿਸ ਦਾ ਬਹੁਤਾ ਮਰਨ ਵਾਲੇ ਨਾਲ ਮੋਹ ਹੋਵੇ, ਸਨੇਹ ਹੋਵੇ, ਉਹੀ ਉਸ ਨੂੰ ਯਾਦ ਕਰ ਕਰਕੇ ਰੋਂਦਾ ਹੈ। ਸੋ ਰੋਵੈ ਜਿਸ ਬੇਦਨ ਹੋਏ, ਹਜ਼ੂਰ ਕਹਿੰਦੇ ਨੇ ਜਿਸ ਨੂੰ ਉਹਦੇ ਵਿਛੋੜੇ ਦੀ ਪੀੜਾ ਹੋਵੇ, ਉਹੀ ਉਸ ਨੂੰ ਯਾਦ ਕਰ ਕਰਕੇ ਰੋਂਦਾ ਹੈ। ਇਹ ਤਾਂ ਦੁਨਿਆਵੀ ਦ੍ਰਿਸ਼ਟੀ ਦੀ ਗੱਲ ਦੱਸੀ ਹੈ। ਨਹੀਂ ਤੇ ਬਹੁਤੇ ਲੋਕ ਜਦੋਂ ਕੋਈ ਮਰਦਾ ਹੈ ਨਾ, ਔਰ ਉਹ ਆਪਣੇ ਸੰਬੰਧੀਆਂ ਨੂੰ ਯਾਦ ਕਰ ਕਰਕੇ ਰੋਂਦੇ ਨੇ, ਮਰਨ ਵਾਲੇ ਦੇ ਨਾਲ ਉਹਦੀ ਕੋਈ ਸਾਂਝ ਨਹੀਂ ਹੁੰਦੀ ਰੋਣ ਦੀ। ਇਸੇ ਲਈ ਆਮ ਤੌਰ ਤੇ ਇਹ ਗੱਲ ਹੀ ਸੁਣਨ ਵਿੱਚ ਆਉਂਦੀ ਹੈ ਕਿ ਜਦੋਂ ਆਪਾਂ ਕਿਸੇ ਦੀ ਮਕਾਨ ਜਾਂਦੇ ਹਾਂ, ਕਿਸੇ ਦਾ ਅਫਸੋਸ ਕਰਨ ਵਾਸਤੇ ਜਾਂਦੇ ਹਾਂ, ਜਿਹਦਾ ਮਰਿਆ ਹੁੰਦਾ ਦੁੱਖ ਤਾਂ ਉਹਨੂੰ ਹੁੰਦਾ, ਤੇ ਬਾਕੀ ਤੇ ਜਿਹੜੇ ਲੋਕ ਉਹ ਮਨ ਪਰਚਾਵੇ ਵਾਸਤੇ ਉੱਥੇ ਜਾਂਦੇ ਨੇ, ਘੜੀ ਦੀ ਘੜੀ ਵੀ ਕੁਛ ਸ਼ੋਕ ਜਿਹਾ ਜ਼ਾਹਰ ਕਰਦੇ ਨੇ, ਤੇ ਫਿਰ ਮਾਈਆਂ ਬੀਬੀਆਂ ਰੋਣ ਤੇ ਆਉਂਦਾ ਨਹੀਂ, ਫਿਰ ਆਪਣਿਆਂ ਨੂੰ ਯਾਦ ਕਰ ਕਰਕੇ ਰੋਂਦੀਆਂ। ਇਹੀ ਗੱਲ ਹੈ ਸੰਸਾਰ ਦੇ ਵਿੱਚ। ਪਰ ਹਜ਼ੂਰ ਕਹਿੰਦੇ ਨੇ ਮੂਏ ਕੋ ਰੋਵੈ ਦੁੱਖ ਕੋਏ, ਮਰਨ ਵਾਲੇ ਦੇ ਵਿਛੋੜੇ ਦੇ ਦੁੱਖ ਨੂੰ ਮੰਨ ਕੇ ਕੋਈ ਵਿਰਲਾ ਹੀ ਰੋਂਦਾ ਹੈ। ਅਸਲ ਉਹੀ ਰੋਂਦਾ ਹੈ ਜਿਹੜਾ ਉਸ ਦਾ ਕੋਈ ਕਰੀਬੀ ਰਿਸ਼ਤੇਦਾਰ ਹੋਵੇ, ਜਿਹਦੇ ਮਨ ਦੇ ਵਿੱਚ ਵਿਛੋੜੇ ਦੀ ਪੀੜਾ ਹੋਵੇ। ਜਿਸ ਬੀਤੀ ਜਾਣੈ ਪ੍ਰਭ ਸੋਏ, ਆਪੇ ਕਰਤਾ ਕਰੇ ਸੋ ਹੋਏ। ਹਜ਼ੂਰ ਕਹਿੰਦੇ ਨੇ ਗੁਰਮੁਖ ਦੀ ਅਵਸਥਾ ਇਹ ਹੁੰਦੀ ਜਿਸ ਬੀਤੀ। ਗੁਰਮੁਖ ਇਹ ਗੱਲ ਆਖਦਾ ਹੈ ਜਿਸ ਉੱਤੇ ਇਹ ਗੱਲ ਬੀਤੀ ਹੈ ਨਾ, ਜਾਣੈ ਪ੍ਰਭ ਸੋਏ, ਉਹ ਕਹਿੰਦਾ ਵੀ ਇਹ ਵਾਹਿਗੁਰੂ ਦਾ ਹੁਕਮ ਹੈ, ਜੰਮਣ ਮਰਨਾ ਹੁਕਮ ਹੈ, ਭਾਣਾ ਆਵੇ ਜਾਏ। ਗੁਰਮੁਖ ਦੀ ਅਵਸਥਾ ਇਹ ਹੁੰਦੀ ਹੈ ਜਿਸ ਬੀਤੀ, ਉਹ ਕਹਿੰਦਾ ਜਿਸ ਉੱਤੇ ਵਾਪਰੀ ਹੈ ਬਈ ਇਹ ਵਾਹਿਗੁਰੂ ਦੀ ਰਜ਼ਾ ਹੈ, ਇਹ ਵਾਹਿਗੁਰੂ ਦਾ ਭਾਣਾ ਹੈ। ਆਪੇ ਕਰਤਾ ਕਰੇ ਸੋ ਹੋਏ, ਕਿਉਂਕਿ ਉਹ ਕਰਤਾ ਪੁਰਖ ਵਾਹਿਗੁਰੂ ਜੋ ਵੀ ਆਪ ਕਰਦਾ ਹੈ ਬਈ ਉਹੀ ਹੁੰਦਾ ਹੈ। ਸਾਰੇ ਜੀਵਾਂ ਨੂੰ ਉਹੀ ਸੰਸਾਰ ਵਿੱਚ ਭੇਜਦਾ ਹੈ ਤੇ ਉਹੀ ਸਭ ਨੂੰ ਬੁਲਾਉਂਦਾ ਹੈ। ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਇਸ ਲਈ ਗੁਰਮੁਖ ਵਾਹਿਗੁਰੂ ਦੇ ਭਾਣੇ ਵਿੱਚ ਹੀ ਖੁਸ਼ ਰਹਿੰਦਾ ਹੈ। ਜੀਵਤ ਮਰਨਾ ਤਾਰੇ ਤਰਨਾ, ਜੈ ਜਗਦੀਸ਼ ਪਰਮਗਤ ਸਰਨਾ। ਲੋ ਗੁਰਮੁਖ ਦੀ ਅਵਸਥਾ ਇਹ ਹੁੰਦੀ ਹੈ ਜੀਵਤ ਮਰਨਾ। ਜਿਹੜਾ ਜੀਵਤ ਭਾਵ ਤੋਂ ਮਰਨਾ ਹੀ ਉਹ ਅਸਲੀ ਮਰਨਾ ਅੱਛਾ ਸਮਝਦਾ ਹੈ। ਤਾਰੇ ਤਰਨਾ, ਤੇ ਉਹ ਗੁਰਮੁਖ ਇਹ ਵੀ ਸਮਝਦਾ ਜਿਸ ਨੂੰ ਵਾਹਿਗੁਰੂ ਪਰਮੇਸ਼ਰ ਤਾਰੇ ਉਸੇ ਨੇ ਤਰਨਾ। ਆਪਣੇ ਆਪ ਕੋਈ ਸੰਸਾਰ ਤੋਂ ਤਰ ਨਹੀਂ ਸਕਦਾ, ਜਿਸ ਨੂੰ ਵਾਹਿਗੁਰੂ ਤਾਰੇ ਉਹੀ ਤਰ ਸਕਦਾ ਹੈ। ਜੈ ਜਗਦੀਸ਼ ਪਰਮਗਤ ਸਰਨਾ, ਤੇ ਫਿਰ ਉਹ ਜਗਤ ਦੇ ਮਾਲਕ ਵਾਹਿਗੁਰੂ ਦੀ ਸ਼ਰਨ ਵਿੱਚ ਪਿਆ ਹੋਇਆ ਉਹਦੀ ਜੈ ਜੈਕਾਰ ਕਰਦਾ ਹੈ ਤੇ ਪਰਮ ਗਤੀ ਕੇਵਲ ਮੁਕਤੀ ਨੂੰ ਪ੍ਰਾਪਤ ਕਰ ਲੈਂਦਾ ਹੈ।